ਆਮਦਿਓ ਮਨ ਲੀਨਾ ਆੜ ਦਾਮ ਕੋ ਚਿਪਰੋ ਹੋਇਓ ਲਾਕੀਨਾ। ਤਨਨਾ ਬੁਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ। ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਸੁਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਡੋਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਜਨ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਅਨੇਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੈ ਛਪਾਇਆ। ਹਰ ਗੁਣ ਕਹਤੇ ਕਹਿਨ ਨਾ ਜਾਈ। ਜੈਸੇ ਗੂੰਗੇ ਕੀ ਮਠਿਆਈ ਰਹਾਓ। ਰਸਨਾ ਰਮਤ ਸੁਨਤ ਸੁਖ ਸਰਵਣਾ ਚਿਤ ਚੇਤੇ ਸੁਖ ਹੋਈ। ਕਹੋ ਭੀਖਨ ਦੋਇ ਨੈਣ ਸੰਤੋਖੇ ਜੈ ਦੇਖਾਂ ਤਹ ਸੋਈ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਨੇ
ਮਹਾਨ ਰਹਿਮਤ ਕਰਕੇ ਅੰਮ੍ਰਿਤ ਵੇਲੇ ਦਾ ਇਹ ਸੋਹਣਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਆਪ ਸੰਗਤਾਂ ਸਤਿਗੁਰਾਂ ਦੀ ਗੁਰਬਾਣੀ ਪੜ੍ਹ ਸੁਣ ਕੇ ਅੰਮ੍ਰਿਤ ਵੇਲੇ ਤੋਂ ਮਨੁੱਖਾ ਜਨਮ ਦੇ ਵੱਡੇ ਭਾਰੀ ਲਾਭ ਜਿਹੜੇ ਨੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਆਪਣੇ ਸਵਾਸ ਸਫਲੇ ਬਣਾਏ ਨੇ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਜੋ ਕਥਾ ਹੈ ਉਸ ਨੂੰ ਸਰਵਣ ਕਰਦੇ ਹਾਂ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਜੋ ਸ਼ਬਦ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੇ 659 ਅੰਗ ਦੇ ਉੱਪਰ ਮਹਾਰਾਜ ਨੇ ਬਖਸ਼ਿਸ਼ ਕੀਤਾ। 659 ਅੰਗ ਦਾ ਇਹ ਅਖੀਰਲਾ ਸ਼ਬਦ ਹੈ। ਇਸ ਤੋਂ ਅੱਗੇ ਧਨਾਸਰੀ ਰਾਗ ਜੋ ਹੈ ਉਹ ਪ੍ਰਾਰੰਭ ਹੋ ਜਾਣਾ। 15 ਭਗਤਾਂ ਵਿੱਚੋਂ ਇੱਕ ਭਗਤ ਭੀਖਣ ਜੀ ਨੇ ਜੋ ਮੁਸਲਮਾਨ ਘਰਾਣੇ ਵਿੱਚ ਪੈਦਾ ਹੋਏ। ਲਖਨਊ ਦੇ ਅੰਦਰ ਕੋਕਰੀ ਜੋ ਪਰਗਨਾ ਹੈ ਇਸ ਦੇ ਵਿੱਚ ਇਹਨਾਂ ਦਾ ਜਨਮ ਹੋਇਆ। 15ਵੀਂ ਸਦੀ ਦੇ ਵਿੱਚ ਜਦੋਂ ਬਾਦਸ਼ਾਹ ਅਕਬਰ ਹਿੰਦੁਸਤਾਨ ਦੀ ਧਰਤੀ 'ਤੇ ਰਾਜ ਕਰਦਾ ਹੈ, ਇਹ ਉਸ ਸਮੇਂ ਭਗਤ ਹੋਏ ਨੇ, ਭਗਤ ਭੀਖਣ ਜੀ। ਸੋ ਭਗਤ ਭੀਖਣ ਜੀਆਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 2 ਸ਼ਬਦ ਹਨ। ਇੱਕ ਸ਼ਬਦ ਆਪਾਂ ਕੱਲ੍ਹ ਸਰਵਣ ਕੀਤਾ, ਨੈਣੋ ਨੀਰ ਬਹਿ ਤਨ ਕੀਨਾ ਭੈ ਕੇਸ ਦੁੱਧ ਵਾਨੀ। ਅਤੇ ਦੂਜਾ ਸ਼ਬਦ ਇਹ ਹੈ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਇਹ 2 ਹੀ ਸ਼ਬਦ ਨੇ ਭਗਤ ਭੀਖਣ ਜੀਆਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਐਸੇ ਨੇ ਭਗਤ ਭੀਖਣ ਜੀ ਜਿਹੜੇ ਫਾਰਸੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਪੜ੍ਹ ਲੈਂਦੇ, ਫਾਰਸੀ ਭਾਸ਼ਾ ਦਾ ਗਿਆਨ ਰੱਖਦੇ ਨੇ। ਕੁਰਾਨ ਨੂੰ, ਹਕੀਕਤ ਨੂੰ, ਇਹ ਜਿਹੜੀਆਂ ਕਿਤਾਬਾਂ ਨੇ ਮੁਸਲਮਾਨ ਧਰਮ ਦੇ ਗ੍ਰੰਥ ਨੇ, ਬੜੀ ਡੂੰਘੀ ਉਹਨਾਂ ਬਾਰੇ ਜਾਣਕਾਰੀ ਰੱਖਦੇ ਨੇ। ਇਸ ਤਰ੍ਹਾਂ ਭਗਤ ਭੀਖਣ ਜੀਆਂ ਦਾ ਇਹ ਜੋ ਜੀਵਨ ਹੈ ਇਹ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖਿਆ। ਅਤੇ 1631 ਦੇ ਵਿੱਚ ਇਹਨਾਂ ਦਾ ਦੇਹਾਂਤ ਲਿਖਿਆ, ਇਹਨਾਂ ਨੇ ਜਦੋਂ ਸਰੀਰ ਛੱਡਿਆ। ਐਸੇ ਭਗਤ ਭੀਖਣ ਜੀਆਂ ਦਾ ਇਹ ਆਪਾਂ ਸ਼ਬਦ ਸਰਵਣ ਕਰਨ ਜਾ ਰਹੇ ਹਾਂ। ਸੋ ਕੱਲ੍ਹ ਵੀ ਇਹ ਬਚਨ ਸਰਵਣ ਕੀਤਾ ਸੀ ਕਿ ਭਗਤ ਭੀਖਣ ਜੀ ਔਰ ਭੀਖਣ ਸ਼ਾਹ ਜੀ ਇਹ 2 ਵਿਅਕਤੀ ਹੋਏ ਨੇ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਸੰਬੰਧ ਹੈ, ਪਰ ਦੋਨੇ ਵੱਖੋ ਵੱਖਰੇ ਨੇ। ਭਗਤ ਭੀਖਣ ਉਹ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਅਤੇ ਭੀਖਣ ਸ਼ਾਹ ਪੀਰ ਉਹ ਸਨ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਲੈਂਦਿਆਂ ਹੀ ਆਖਿਆ ਸੀ ਵੀ ਅੱਜ ਖੁਦਾ ਸਰੀਰ ਲੈ ਕੇ ਦੁਨੀਆ 'ਤੇ ਆਇਆ ਹੈ ਅਤੇ ਦਰਸ਼ਨ ਕਰਨ ਵਾਸਤੇ ਗਏ। ਉਹਨਾਂ ਨੂੰ ਭੀਖਣ ਸ਼ਾਹ ਆਖਿਆ ਜਾਂਦਾ ਹੈ, ਪਰ ਇਹ ਬਾਣੀ ਇੱਥੇ ਭਗਤ ਭੀਖਣ ਦੀ ਹੈ। ਇਹ 2 ਵਿਅਕਤੀ ਨੇ ਵੱਖੋ ਵੱਖਰੇ। ਸੋ ਇਸ ਤਰ੍ਹਾਂ ਇਹ ਜੋ ਬਚਨ ਆਪ ਸੰਗਤ ਨਾਲ ਸਾਂਝਾ ਕੀਤਾ ਵੀ ਭੁਲੇਖਾ ਨਾ ਰਹਿ ਜਾਵੇ ਵੀ ਸ਼ਾਇਦ ਇਹ ਉਹੀ ਭੀਖਣ ਸ਼ਾਹ ਹੈ ਜੋ ਗੁਰੂ ਗੋਬਿੰਦ ਸਿੰਘ ਨੂੰ ਮਿਲੇ ਸਨ। ਨਹੀਂ, ਉਹ ਹੋਰ ਹਨ, ਇਹ ਹੋਰ ਨੇ। ਇਹ 15ਵੀਂ ਸਦੀ ਦੇ ਵਿੱਚ ਹੋਏ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕਰਕੇ ਆਪਣੇ ਜੀਵਨ ਨੂੰ ਕਮਾਇਆ ਹੈ। ਸੋ ਐਸੇ ਭਗਤ ਭੀਖਣ ਜੀ ਆਪਾਂ ਨੂੰ ਗੁਰਬਾਣੀ ਦੇ ਵਿੱਚ ਇਹ ਦੂਸਰਾ ਅਤੇ ਆਪਣਾ ਅਖੀਰਲਾ ਸ਼ਬਦ ਬਖਸ਼ਿਸ਼ ਕਰਦੇ ਹਨ। ਐਸਾ ਨਾਮ ਰਤਨ ਨਿਰਮੋਲਕ। ਭਗਤ ਜੀ ਕਹਿਣ ਲੱਗੇ, ਕਹਿੰਦੇ ਵੀ ਇਹ ਜਿਹੜਾ ਨਾਮ ਰਤਨ ਹੈ ਨਾ ਇਹ ਬੜਾ ਜ਼ਿਆਦਾ ਨਿਰਮੋਲਕ ਹੈ, ਇਹਦਾ ਮੁੱਲ ਕੋਈ ਨਹੀਂ ਪਾ ਸਕਦਾ। ਜੋ ਨਾਮ ਰੂਪੀ ਰਤਨ ਹੈ, ਦੁਨੀਆ ਵਿੱਚ ਰਤਨਾਂ ਦਾ, ਹੀਰਿਆਂ ਦਾ ਮੁੱਲ ਪੈ ਸਕਦਾ, ਮੁੱਲ ਪਾਉਣ ਵਾਲੇ ਮੁੱਲ ਪਾ ਦਿੰਦੇ। ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ ਕਿ ਹੈਦਰਾਬਾਦ ਦੇ ਵਿੱਚ ਰਹਿਣ ਵਾਲਾ ਇੱਕ ਰਾਜਾ
ਤੇ ਰਾਜੇ ਦੇ ਕੋਲ ਬੜਾ ਮਹਿੰਗਾ ਇੱਕ ਰਤਨ ਹੈ ਜਿਹੜਾ ਆਪਣੇ ਮੁੰਦਰੀ ਦੇ ਵਿੱਚ ਉਸਨੇ ਜਿਹੜੀ ਮੁੰਦਰੀ ਹੱਥ ਵਿੱਚ ਉਂਗਲ ਵਿੱਚ ਪਾਈ ਹੈ ਨਾ, ਉਹਦੇ ਵਿੱਚ ਰਤਨ ਉਹਨੇ ਲਾਇਆ ਹੋਇਆ। ਉਹਦੀ ਚਮਕ ਇੰਨੀ ਹੈ, ਉਹਦਾ ਪ੍ਰਕਾਸ਼ ਇੰਨਾ ਵੀ ਉਹਦਾ ਮੁੱਲ ਕੋਈ ਨਹੀਂ ਦੇ ਸਕਦਾ। ਇੱਕ ਵਾਰੇ ਕਿਸੇ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਿਆ ਕਿ ਵੀ ਜਿਹੜਾ ਹੈਦਰਾਬਾਦੀ ਰਾਜਾ ਹੈ ਨਾ, ਉਹਦੇ ਹੱਥ ਵਿੱਚ ਜਿਹੜੀ ਛਾਪ ਪਾਈ ਹੈ ਉਹਦੇ ਵਿੱਚ ਇੱਕ ਰਤਨ ਪਾਇਆ ਤੇ ਬੜਾ ਭਾਰੀ ਅਮੁੱਲਕ ਹੈ। ਜਦੋਂ ਇਹ ਪਤਾ ਔਰੰਗਜ਼ੇਬ ਨੂੰ ਪਤਾ ਲੱਗਾ ਤੇ ਮਨ ਵਿੱਚ ਲਾਲਸਾ ਪੈਦਾ ਹੋ ਗਈ ਵੀ ਮੈਂ ਉਸ ਰਤਨ ਬਾਰੇ ਜਾਣਾ ਤੇ ਜੇ ਹੋ ਸਕਦਾ ਤੇ ਮੈਂ ਮੁੱਲ ਖਰੀਦ ਲਵਾਂ। ਪਰ ਇਹ ਸਾਰਾ ਕੁਝ ਜਾਣਨ ਵਾਸਤੇ ਮੈਨੂੰ ਕੋਈ ਬੰਦਾ ਭੇਜਣਾ ਪਵੇਗਾ ਜਿਹੜਾ ਬਹੁਤ ਵੱਡਾ ਜੌਹਰੀ ਹੋਵੇ, ਕਿਉਂਕਿ ਉਹ ਜਿਹੜਾ ਹੈਦਰਾਬਾਦੀ ਰਾਜਾ ਹੈ ਨਾ, ਕਿਸੇ ਨੂੰ ਆਪਣੀ ਛਾਪ ਲਾ ਕੇ ਨਹੀਂ ਦਿੰਦਾ ਵੀ ਆ ਮੇਰੀ ਛਾਪ ਵਿੱਚ ਹੀਰਾ ਜੜਿਆ, ਰਤਨ ਤੁਸੀਂ ਵੇਖ ਲਵੋ, ਨਹੀਂ, ਲਾ ਕੇ ਨਹੀਂ ਦਿੰਦਾ। ਔਰ ਉਹਨੇ ਕਾਨੂੰਨ ਇਹ ਬਣਾਇਆ ਹੋਇਆ ਆਪਣੇ ਰਾਜ ਦੇ ਵਿੱਚ ਵੀ ਜਿਹੜਾ ਬੰਦਾ ਮੈਨੂੰ ਮਿਲਣ ਆਵੇ ਉਹ ਮੇਰੇ ਤੋਂ 50 ਕਦਮ ਦੂਰ ਰਵੇ, 50 ਕਦਮ ਤੱਕ ਬੰਦਾ ਮੇਰੇ ਨੇੜੇ ਨਾ ਆਵੇ। ਜੇ ਮੇਰੇ ਨਾਲ ਗੱਲ ਕਰਨੀ ਹੈ ਤੇ 50 ਕਦਮ ਦੂਰ ਖੜ ਕੇ ਗੱਲ ਕਰੇ। ਹੁਣ ਕੋਈ ਨੇੜੇ ਆਵੇਗਾ, ਕੋਈ ਗੱਲ ਮਿਲੇਗਾ, ਕੋਈ ਸ਼ੈਤਾਨੀ ਕਰੇਗਾ, ਕੋਈ ਚਲਾਕੀ ਕਰੇਗਾ ਤੇ ਤਾਂ ਹੀ ਉਹਨੂੰ ਚੁਰਾਇਆ ਜਾ ਸਕਦਾ ਨਾ। ਇਸ ਤੋਂ ਪਹਿਲਾਂ ਕਿ ਕੋਈ ਨੇੜੇ ਆ ਕੇ ਮੇਰੀ ਮੁੰਦਰੀ ਨੂੰ ਉਤਾਰ ਕੇ ਲੈ ਜਾਵੇ, ਉਹਨੇ ਕਾਨੂੰਨ ਬਣਾ ਦਿੱਤਾ ਵੀ 50 ਕਦਮਾਂ ਦੂਰ ਖੜ ਕੇ ਮੇਰੇ ਨਾਲ ਗੱਲ ਕਰਨੀ ਹੈ, ਮੇਰੇ ਨੇੜੇ ਨਹੀਂ ਕਿਸੇ ਨੇ ਆਉਣਾ। ਇੰਨੀ ਦੂਰ ਖਲੋਤਾ ਹੋਇਆ ਵਿਅਕਤੀ ਮੇਰਾ ਹੀਰਾ ਕਿਵੇਂ ਲੈ ਜਾਏਗਾ ਲਾ ਕੇ? ਬਾਦਸ਼ਾਹ ਔਰੰਗਜ਼ੇਬ ਦੀ ਬੜੀ ਲਾਲਸਾ ਹੈ ਵੀ ਮੈਂ ਉਸ ਹੀਰੇ ਦੀ ਉਸ ਦੀ ਕੀਮਤ ਜਾਣਨੀ ਆ ਵੀ ਕੀਮਤ ਕੀ ਹੈ, ਕੀਮਤ ਪਤਾ ਲੱਗੇਗੀ ਤੇ ਮੈਂ ਉਸ ਨੂੰ ਖਰੀਦ ਸਕਦਾ ਹਾਂ। ਇਹ ਗੱਲ ਵਿਚਾਰ ਕੇ ਉਸ ਵੇਲੇ ਔਰੰਗਜ਼ੇਬ ਨੇ ਇੱਕ ਬੜਾ ਹੀ ਸਿਆਣਾ ਜਿਹੜਾ ਜੌਹਰੀ ਹੈ ਨਾ, ਜਿਸ ਦਾ ਬਾਪ ਦਾਦਿਆਂ ਤੋਂ ਕੰਮ ਹੀ ਇਹ ਹੈ ਹੀਰਿਆਂ ਦਾ ਵਪਾਰ ਕਰਨਾ, ਹੀਰਿਆਂ ਦੀ ਪਰਖ ਕਰਨੀ, ਬੜਾ ਪਾਰਖੂ ਹੈ, ਉਹ ਲੱਭ ਕੇ ਤੇ ਉਹਨੂੰ ਭੇਜਿਆ, ਆਖਿਆ ਵੀ ਮੂੰਹੋਂ ਮੰਗਿਆ ਇਨਾਮ ਦੇਵਾਂਗਾ, ਤੂੰ ਕੇਵਲ ਉਸ ਹੀਰੇ ਦੀ ਕੀਮਤ ਜਾਣਨੀ ਹੈ ਵੀ ਉਹ ਕਿੰਨੇ ਦਾ ਹੈ। ਮੰਨ ਲਓ ਜੇ ਲੱਖ ਦਾ ਹੋਇਆ ਤੇ ਮੈਂ 2-3 ਲੱਖ ਰੁਪਈਆ ਦੇ ਕੇ ਉਹ ਹੀਰਾ ਖਰੀਦਾਂਗਾ, ਪਰ ਪਤਾ ਤੇ ਲੱਗੇ ਨਾ ਵੀ ਕਿੰਨੇ ਦਾ। ਦਾ ਸਮਾਂ ਮੰਗਿਆ, ਟਾਈਮ ਮੰਗਿਆ ਕਿ ਮੈਂ ਮਿਲਣਾ ਚਾਹੁੰਦਾ। ਰਾਜੇ ਨੇ ਸਮਾਂ ਦੇ ਦਿੱਤਾ। ਸਮਾਂ ਲੈ ਕੇ ਜਦੋਂ ਪਹੁੰਚਾ ਨਾ ਉਹਦੀ ਕਚਹਿਰੀ ਦੇ ਵਿੱਚ, ਉਹਦਾ ਕਾਨੂੰਨ ਬਣਿਆ ਹੋਇਆ ਵੀ 50 ਕਦਮਾਂ ਦੂਰ ਰਹਿ ਕੇ ਮੇਰੇ ਨਾਲ ਗੱਲ ਕਰਨੀ ਹੈ। ਇਹ ਜਿਹੜਾ ਜੌਹਰੀ ਹੈ 50 ਕਦਮਾਂ ਦੂਰ ਖਲੋਤਾ ਹੋਇਆ। ਰਾਜਾ ਗੱਲ ਕਰਦਾ ਪਿਆ, ਗੱਲ ਕਰਦਿਆਂ ਕਰਦਿਆਂ ਉਹਨੇ ਹੱਥ ਆਪਣੇ ਪਿੱਛੇ ਕੀਤੇ ਹੋਏ। ਹੁਣ ਜੌਹਰੀ ਸਿੱਧਾ ਤੇ ਕਹਿ ਨਹੀਂ ਸਕਦਾ ਵੀ ਮੈਂ ਤੇਰਾ ਹੀਰਾ ਵੇਖਣ ਆਇਆ ਜਾਂ ਹੀਰਾ ਵਿਖਾ, ਵੇਖਣਾ ਬਹਾਨੇ ਦੇ ਨਾਲ। ਤੇ ਜਦੋਂ ਉਸਨੇ ਆਪਣਾ ਹੱਥ ਅੱਗੇ ਲਿਆਂਦਾ ਨਾ, ਆਪਣਾ ਹੱਥ ਆਪਣੀਆਂ ਮੁੱਛਾਂ ਤੇ ਫੇਰਿਆ, ਬਸ ਇੰਨਾ ਕੋਈ ਸਮਾਂ ਮਿਲਿਆ ਜੌਹਰੀ ਨੂੰ ਹੀਰਾ ਪਰਖਣ ਵਾਸਤੇ। ਆਪਣੀਆਂ ਮੁੱਛਾਂ ਨੂੰ ਸਵਾਰਨ ਵਾਸਤੇ ਜਦੋਂ ਉਸ ਰਾਜੇ ਨੇ ਆਪਣਾ ਹੱਥ ਆਪਣੀਆਂ ਮੁੱਛਾਂ ਤੇ ਫੇਰਿਆ ਤੇ
ਉਂਗਲਾਂ ਦੇ ਵਿੱਚ ਪਾਇਆ ਹੋਇਆ ਹੀਰਾ ਜਦੋਂ ਚਮਕਿਆ ਤੇ ਉਹ ਹੀਰੇ ਦੀ ਚਮਕ ਜਿਹੜੀ ਸੀ ਨਾ ਜੌਹਰੀ ਦੇ ਕੱਪੜਿਆਂ ਤੇ ਪਈ, ਤੇ ਚਮਕ ਪੈਂਦਿਆਂ ਸਾਰੀ ਜੌਹਰੀ ਨੇ ਪਛਾਣ ਲਿਆ, ਪਤਾ ਲਾ ਲਿਆ ਵੀ ਇਹਦੀ ਕੀਮਤ ਕੀ ਹੈ। ਇੰਨਾ ਹੀ ਸਮਾਂ ਮਿਲਿਆ, ਇੰਨਾ ਪਾਰਖੂ ਹੈ ਜੌਹਰੀ ਵੀ ਕੇਵਲ ਲਿਸ਼ਕਦਾ ਹੀ ਉਹਦਾ ਪ੍ਰਕਾਸ਼ ਹੀ ਵੇਖਿਆ, ਉਹ ਵੀ ਕੁਝ ਸਕਿੰਟਾਂ ਵਾਸਤੇ, ਤੇ ਪਤਾ ਲੱਗ ਗਿਆ ਵੀ ਕਿੰਨੀ ਕੀਮਤ ਹੈ। ਪਤਾ ਲਾ ਕੇ ਵਾਪਸ ਮੁੜਿਆ। ਔਰੰਗਜ਼ੇਬ ਨੇ ਪੁੱਛਿਆ, ਕਹਿਣ ਲੱਗਾ ਵੀ ਹੀਰੇ ਦੀ ਕੀਮਤ ਨੂੰ ਜਾਣਿਆ? ਕਹਿੰਦਾ ਹਾਂ ਮੈਂ ਜਾਣ ਲਿਆ ਹੈ। ਤੇ ਔਰੰਗਜ਼ੇਬ ਨੇ ਪੁੱਛਿਆ, ਦੱਸ ਫਿਰ ਉਹਦੀ ਕੀਮਤ ਕਿੰਨੀ ਹੈ? ਤੇ ਜੌਹਰੀ ਨੇ ਜਵਾਬ ਦਿੱਤਾ, ਕਹਿਣ ਲੱਗੇ ਹੈ ਬਾਦਸ਼ਾਹ ਹਿੰਦੁਸਤਾਨ ਦੇ ਔਰੰਗਜ਼ੇਬ, ਤੇਰੇ ਪੂਰੇ ਦੇਸ਼ ਦੇ ਵਿੱਚ ਤੇ ਤੇਰੇ ਕੋਲ ਉਹਨਾਂ ਧਨ ਹੈ ਨਹੀਂ ਜਿੰਨੀ ਉਸ ਹੀਰੇ ਦੀ ਕੀਮਤ ਹੈ। ਤੂੰ ਤੇ ਸੋਚਦਾ ਸੀ ਨਾ ਵੀ ਲੱਖ 2 ਲੱਖ ਹੋਵੇਗੀ ਤੇ ਮੈਂ ਡਬਲ ਦੇ ਦਿਆਂਗਾ, 3 ਗੁਣਾ ਵੱਧ ਦੇ ਦਿਆਂਗਾ ਤੇ ਲੈ ਲਵਾਂਗਾ। ਤੇਰੇ ਖਜ਼ਾਨਿਆਂ ਦੇ ਵਿੱਚ, ਤੇਰੇ ਇਸ ਦੇਸ਼ ਦੇ ਵਿੱਚ ਸਾਰੇ ਜੌਹਰੀ ਸੁਨਿਆਰੇ ਇਕੱਠੇ ਕਰ ਲਈਏ, ਵਪਾਰੀ ਇਕੱਠੇ ਕਰ ਲਈਏ, ਸਾਰੀ ਦੁਨੀਆ ਦਾ ਧਨ ਇਕੱਠਾ ਕਰ ਲਈਏ, ਇੰਨਾ ਧਨ ਦੇ ਕੇ ਵੀ ਉਹ ਹੀਰਾ ਖਰੀਦਿਆ ਨਹੀਂ ਜਾਣਾ। ਉਹ ਇੰਨਾ ਭਾਰੀ ਕੀਮਤੀ ਹੈ, ਇੰਨਾ ਵੱਡਾ ਉਹਦਾ ਮੁੱਲ ਹੈ। ਜਦੋਂ ਇਹ ਗੱਲ ਬਾਦਸ਼ਾਹ ਔਰੰਗਜ਼ੇਬ ਨੇ ਸੁਣੀ ਤੇ ਹੈਰਾਨ ਹੋ ਗਿਆ, ਕਹਿਣ ਲੱਗਾ ਵੀ ਐਸਾ ਕੀਮਤੀ ਹੀਰਾ ਉਹਨੇ ਆਪਣੇ ਕੋਲ ਕਿਉਂ ਰੱਖਿਆ, ਮੈਨੂੰ ਕਿਉਂ ਨਹੀਂ ਦਿੱਤਾ? ਤੇ ਇਸ ਔਰੰਗਜ਼ੇਬ ਦੇ ਵੱਡੇ ਵਡੇਰਿਆਂ ਨੇ ਉਹਦੇ ਨਾਲ ਸੰਧੀ ਕੀਤੀ ਸੀ ਬਾਦਸ਼ਾਹ ਹੈਦਰਾਬਾਦੀ ਦੇ ਨਾਲ ਵੀ ਤੇਰੇ ਉੱਪਰ ਅਸੀਂ ਹਮਲਾ ਨਹੀਂ ਕਰਾਂਗੇ ਤੇ ਤੂੰ ਸਾਡਾ ਸਹਿਯੋਗ ਦਿਆ ਕਰ। ਤੇ ਫਿਰ ਵੀ ਇਸ ਨੇ ਵਿਸ਼ਵਾਸਘਾਤ ਕਰਕੇ ਉਹਦੇ ਉੱਪਰ ਹਮਲਾ ਕੀਤਾ, ਉਸ ਰਾਜੇ ਨੂੰ ਕੈਦ ਕੀਤਾ ਤੇ ਕੈਦ ਕਰਕੇ ਬਾਅਦ ਵਿੱਚ ਕਤਲ ਕਰਵਾਇਆ, ਹੀਰਾ ਖੋਹ ਕੇ ਆਪਣੇ ਕੋਲ ਰੱਖਿਆ। ਵਿਚਾਰ ਇਹ ਸੀ ਦੁਨੀਆ ਵਿੱਚ ਬੜੇ ਬੜੇ ਕੀਮਤੀ ਹੀਰੇ ਨੇ, ਰਤਨ ਨੇ, ਪਰ ਉਹਨਾਂ ਰਤਨਾਂ ਦਾ ਮੁੱਲ ਪਾਉਣ ਵਾਲੇ ਵੀ ਬੜੇ ਬੜੇ ਵੱਡੇ ਜਿਹੜੇ ਜੌਹਰੀ ਨੇ ਉਹ ਵੀ ਦੁਨੀਆ 'ਤੇ ਬੈਠੇ ਨੇ, ਜਿਹੜੇ ਕੁਝ ਸੈਕਿੰਡ ਦੇ ਵਿੱਚ ਇਹ ਦੱਸ ਦਿੰਦੇ ਵੀ ਇਹ ਚੀਜ਼, ਇਹ ਹੀਰਾ ਇੰਨਾ ਕੀਮਤੀ ਹੈ, ਇਹਦਾ ਪ੍ਰਕਾਸ਼ ਦਾ ਹਿਸਾਬ ਲਾ ਕੇ ਉਸਨੇ ਹਿਸਾਬ ਲਾ ਲਿਆ ਵੀ ਇੰਨੇ ਮੁੱਲ ਦਾ ਹੈ। ਪਰ ਪਰਮਾਤਮਾ ਤੇਰਾ ਜਿਹੜਾ ਨਾਮ ਰੂਪੀ ਰਤਨ ਹੈ ਨਾ, ਇਹ ਨਿਰਮੋਲਕ ਹੈ। ਇੱਥੇ ਬੜੇ ਤੋਂ ਬੜਾ ਵੱਡਾ ਜੌਹਰੀ, ਬੜੇ ਤੋਂ ਬੜਾ ਵੱਡਾ ਸੁਨਿਆਰਾ ਪਾਰਖੂ ਆ ਜਾਵੇ, ਤੇਰੇ ਨਾਮ ਰੂਪੀ ਰਤਨ ਦਾ ਮੁੱਲ ਕੋਈ ਨਹੀਂ ਦੱਸ ਸਕਦਾ, ਨਾ ਕੋਈ ਪਾ ਸਕਦਾ। ਐਸਾ ਅਮੁੱਲਕ ਆਪ ਜੀ ਦਾ ਨਾਮ ਹੈ। ਜੌਹਰੀ ਦਾ ਕੰਮ ਹੈ ਰਤਨ ਨੂੰ ਪਰਖਣਾ, ਸੰਤ ਦਾ ਕੰਮ ਹੈ ਨਾਮ ਜਪਣਾ। ਕੋਈ ਦੁਨੀਆ ਦਾ ਸੰਤ, ਕੋਈ ਸਾਧੂ, ਬੰਦਗੀ ਕਰਨ ਵਾਲਾ, ਉਹ ਵੀ ਦੱਸ ਨਹੀਂ ਸਕਦਾ ਵੀ ਨਾਮ ਦਾ ਮੁੱਲ ਕੀ ਹੈ। ਇੱਥੋਂ ਤੱਕ ਕਿ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਤੋਂ ਵੱਡਾ ਸੰਤ ਕੌਣ ਹੋ ਸਕਦਾ, ਵੱਡਾ ਸਾਧੂ ਕੌਣ ਹੋ ਸਕਦਾ? ਉਹਨਾਂ ਨੇ ਵੀ ਇਹ ਬਚਨ ਲਿਖ ਦਿੱਤਾ, ਕਹਿਣ ਲੱਗੇ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿਟੋ। ਦੁਨੀਆ ਦੇ ਵਿੱਚ ਬੜੇ ਬੜੇ ਦੇਵਤੇ ਬੈਠੇ ਨੇ, ਪੈਗੰਬਰ ਬੈਠੇ, ਅਵਤਾਰ ਬੈਠੇ, ਕੁਬੇਰ ਵਰਗੇ ਜਿਹੜੇ ਦੇਵਤਿਆਂ ਦੇ ਖਜ਼ਾਨਾ ਮੰਤਰੀ ਨੇ ਉਹ ਵੀ ਬੈਠੇ ਹੋਏ, ਪਰ ਕਹਿਣ ਲੱਗੇ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ, ਕਿਸੇ ਤੋਂ ਵੀ। ਦੇਵੀ ਹੈ, ਦੇਵਤਾ ਹੈ, ਪੈਗੰਬਰ ਹੈ, ਕੁਬੇਰ ਹੈ, ਕੋਈ ਵੀ ਹੈ, ਤੇਰੇ ਨਾਮ ਦਾ ਮੁੱਲ ਕੋਈ ਨਹੀਂ ਪਾ ਸਕਦਾ। ਇੱਥੇ ਭਗਤ ਭੀਖਣ ਜੀ ਕਹਿ ਰਹੇ, ਕਹਿਣ ਲੱਗੇ ਐਸਾ ਨਾਮ ਰਤਨ ਨਿਰਮੋਲਕ, ਨਾਮ ਰੂਪੀ ਰਤਨ ਹੈ ਤੇ ਬੜਾ ਨਿਰਮੋਲਕ ਹੈ, ਇਹਦਾ ਮੁੱਲ ਕੋਈ ਪਾ ਨਹੀਂ ਸਕਦਾ ਹੈ, ਮੁੱਲ ਇਸ ਨੂੰ ਖਰੀਦਿਆ ਨਹੀਂ ਜਾ ਸਕਦਾ ਹੈ। ਪੁੰਨ ਪਦਾਰਥ ਪਾਇਆ, ਇਹ ਜੇ ਪਾਇਆ ਹੈ ਨਾ ਤੇ ਪੁੰਨਾਂ ਦੇ ਕਰਕੇ, ਕੋਈ ਪਿਛਲੇ ਜਨਮਾਂ ਵਿੱਚ ਚੰਗਾ ਕੋਈ ਪੁੰਨ ਕਰਮ ਕੀਤਾ ਜਿਹਦੇ ਕਰਕੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਕੋਈ ਇਹੋ ਜਿਹਾ ਕਰਮ ਕੀਤਾ ਜਿਹਦੇ ਕਰਕੇ ਅਸੀਂ ਗੁਰੂ ਵਾਲੇ ਬਣ ਗਏ, ਕੋਈ ਇਹੋ ਜਿਹਾ ਪੁੰਨ ਕਰਮ ਕੀਤਾ ਵੀ ਗੁਰੂ ਨੇ ਸਾਨੂੰ ਉਹ ਨਾਮ ਦੇ ਦਿੱਤਾ। ਇਹ ਪਿਛਲੇ ਜਨਮਾਂ ਦਾ ਕਰਮਾਂ ਦੀ ਕੋਈ ਦਾਤ ਹੈ ਜਿਹੜੀ ਸਾਨੂੰ ਮਿਲੀ ਹੈ, ਨਹੀਂ ਤਾਂ ਇਸ ਨਾਮ ਅਮੁੱਲਕ ਨੂੰ ਪਾ ਕੋਈ ਨਹੀਂ ਸਕਦਾ, ਖਰੀਦ ਕੋਈ ਨਹੀਂ ਸਕਦਾ ਹੈ। ਖਰੀਦਣਾ ਤੇ ਦੂਰ ਦੀ ਗੱਲ ਹੈ, ਇਸ ਨਾਮ ਦੀ ਮਹਿਮਾ ਕੋਈ ਨਹੀਂ ਵਰਣਨ ਕਰ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਦੇ, ਕਹਿਣ ਲੱਗੇ ਭਾਈ ਇਹ ਨਾਮ ਇੰਨਾ ਵੱਡਾ ਹੈ, ਇਸ ਨਾਮ ਦੀ ਮਹਿਮਾ ਇੰਨੀ ਭਾਰੀ ਵੱਡੀ ਹੈ, ਕਾਗਦ ਦੀਪ ਸਭੈ ਕਰਕੇ। ਇਹ ਜਿੰਨੇ ਦੀਪ ਨੇ ਨਾ ਟਾਪੂ, ਜਿੰਨੀਆਂ ਧਰਤੀਆਂ, ਸਾਰੇ ਕਾਗਜ਼ ਬਣਾ ਦਈਏ,
ਧੰਨ 10ਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਨੇ ਆਪਣੀ ਲਿਖਤ ਦੁਆਰਾ। ਕਹਿਣ ਲੱਗੇ ਭਾਈ ਜਿੰਨੇ ਟਾਪੂ ਨੇ, ਜਿੰਨੀਆਂ ਧਰਤੀਆਂ, ਸਾਰੇ ਕਾਗਜ਼ ਕਰ ਦਈਏ। ਕਾਗਜ਼ ਦੀਪ ਸਭੈ ਕਰਕੇ, ਕਾਗਜ਼ ਬਣਾ ਲਿਆ, ਦੀਪਾਂ ਨੂੰ, ਟਾਪੂਆਂ ਨੂੰ, ਧਰਤੀਆਂ ਨੂੰ ਕਾਗਜ਼ ਦੀ ਥਾਂ 'ਤੇ ਵਰਤਿਆ। ਆਰ 7 ਸਮੁੰਦਰ ਕੀ ਮਸ ਕਰੈ ਹੂੰ। 7 ਸਮੁੰਦਰਾਂ ਵਿੱਚ ਕਹਿਣ ਲੱਗੇ ਪਾਣੀ ਬੜਾ ਭਰਿਆ, ਪਰ ਜੋ ਸਾਰਾ ਪਾਣੀ ਸਿਆਹੀ ਬਣਾ ਲਈਏ ਲਿਖਣ ਵਾਸਤੇ। ਧਰਤੀ ਰੂਪੀ ਕਾਗਜ਼ ਵੀ ਘਟ ਜਾਏਗਾ ਔਰ ਸਮੁੰਦਰਾਂ ਰੂਪੀ ਸਿਆਹੀ ਵੀ ਘਟ ਜਾਵੇਗੀ। ਪਰਮਾਤਮਾ ਦਾ ਨਾਮ ਦੀ ਮਹਿਮਾ ਐਡੀ ਭਾਰੀ ਵੱਡੀ ਹੈ ਜਿਹੜੀ ਲਿਖੀ ਨਹੀਂ ਜਾ ਸਕਦੀ। ਕਾਟ ਬਨਸਪਤੀ ਸਗਰੀ, ਸਾਰੇ ਜਿੰਨੇ ਰੁੱਖ ਨੇ, ਪੌਦੇ ਨੇ, ਸਾਰੇ ਕੱਟ ਕੇ ਇਹਨਾਂ ਦੀਆਂ ਕਲਮਾਂ ਬਣਾ ਲਈਏ। ਕਾਹਦੇ ਵਾਸਤੇ? ਲਿਖਣ ਵਾਸਤੇ ਕਿ ਰੱਬ ਦਾ ਜਸ ਲਿਖਣਾ ਹੈ। ਤੇ ਮਹਾਰਾਜ ਕਹਿਣ ਲੱਗੇ ਲੇਖਣ ਹੂੰ ਕਿ ਕਾਜ ਬਣਿਆ ਹੋ, ਵੀ ਮੈਂ ਲਿਖਣ ਲੱਗਾ ਹਾਂ, ਸਾਰੀਆਂ ਕਲਮਾਂ ਬਣਾ ਲਈਏ, ਸਾਰੇ ਰੁੱਖ ਘੱਟ ਪੈ ਜਾਣਗੇ। ਇੰਨੀਆਂ ਰੁੱਖਾਂ ਦੀਆਂ ਇੰਨੀਆਂ ਕਲਮਾਂ ਵੀ ਘੱਟ ਪੈ ਜਾਣਗੀਆਂ। ਪਰਮਾਤਮਾ ਤੇਰੀ ਸਿਫਤ ਇੰਨੀ ਵੱਡੀ ਹੈ। ਇੱਥੇ ਬਸ ਨਹੀਂ, ਸਾਰ ਸੁਤੀ ਬਗਤਾ ਕਰਕੇ। ਹਿੰਦੂ ਮਤ ਵਿੱਚ ਲਿਖਿਆ ਵੀ ਜਿਹੜੀ ਸਰਸਤੀ ਹੈ ਨਾ, ਉਹ ਵਿਦਿਆ ਦੀ ਦੇਵੀ ਹੈ। ਤੇ ਸਰਸਤੀ ਨੂੰ ਲਾ ਦਈਏ ਇਸ ਕੰਮ ਦੇ ਵਿੱਚ ਵੀ ਤੂੰ ਉਹਦੇ ਨਾਮ ਨੂੰ ਕਹਿਣਾ ਹੈ, ਉਹਦੇ ਨਾਮ ਨੂੰ ਕਹਿਣਾ ਹੈ। ਪਰ ਕਹਿਣ ਲੱਗੇ ਸਰਸਤੀ ਥੱਕ ਜਾਏਗੀ ਕਹਿੰਦੀ ਹੋਈ, ਪਰ ਤੇਰੇ ਨਾਮ ਦਾ ਅੰਤ ਕੋਈ ਨਹੀਂ ਉਹਦੇ ਕੋਲੋਂ ਪਾਇਆ ਜਾਣਾ। ਜੁਗ ਕੋਟ ਗਣੇਸ਼ ਕੇ ਹੱਥ ਲਖੈ ਹੋ। ਹਿੰਦੂ ਧਰਮ ਦੇ ਗ੍ਰੰਥ ਇਹ ਗੱਲ ਕਹਿੰਦੇ ਨੇ ਵੀ ਗਣੇਸ਼ ਲਿਖਦਾ ਬਹੁਤ ਛੇਤੀ ਹੈ, ਬੜਾ ਕਾਹਲਾ ਲਿਖਦਾ, ਬੜੀ ਜਲਦੀ ਲਿਖਦਾ। ਗਣੇਸ਼ ਵਰਗੀ ਕਿਸੇ ਦੀ ਲਿਖਣੀ ਨਹੀਂ ਹੈ। ਇੰਨਾ ਛੇਤੀ ਲਿਖਦਾ ਵੀ ਪੜ੍ਹਨ ਵਾਲੇ ਤੋਂ ਇੰਨਾ ਛੇਤੀ ਪੜ੍ਹਿਆ ਨਾ ਜਾਵੇ ਜਿੰਨਾ ਛੇਤੀ ਉਹ ਲਿਖ ਜਾਂਦਾ। ਕਹਿਣ ਲੱਗੇ ਕਰੋੜਾਂ ਗਣੇਸ਼ ਲਾ ਦਈਏ ਲਿਖਣ ਵਾਸਤੇ, ਤੇ ਕਰੋੜਾਂ ਸਰਸਤੀਆਂ ਲਾ ਦਈਏ ਉਹਦਾ ਜਸ ਕਰਨ ਵਾਸਤੇ। 7 ਸਮੁੰਦਰਾਂ ਦੀ ਸ਼ਾਹੀ ਇਕੱਠੀ ਹੋ ਜਾਵੇ, ਸਾਰੇ ਰੁੱਖਾਂ ਦੀਆਂ ਕਲਮਾਂ ਬਣ ਜਾਣ, ਸਾਰੀ ਧਰਤੀ ਕਾਗਜ਼ ਬਣ ਜਾਵੇ। ਤੇ ਮਹਾਰਾਜ ਕਹਿਣ ਲੱਗੇ ਕਾਲ ਕਿਰਪਾਲ ਬਿਨਾ ਬਿਨਤੀ ਤੋ ਤੁਮ ਤੈ ਪ੍ਰਭ ਨੈਕ ਰਜੈ ਹੋ। ਐ ਪਰਮਾਤਮਾ ਤੇਰੀ ਥੋੜ੍ਹੀ ਜਿੰਨੀ ਵੀ ਸਿਫਤ ਨਹੀਂ ਫਿਰ ਵੀ ਕਰ ਸਕਦੇ, ਤੇਰੀ ਸਿਫਤ ਇੰਨੀ ਵੱਡੀ ਹੈ, ਤੇਰੀ ਸਿਫਤ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਤੇਰਾ ਨਾਮ ਏਡਾ ਵੱਡਾ ਹੈ। ਇੱਥੇ ਭਗਤ ਜੀ ਕਹਿਣ ਲੱਗੇ, ਕਹਿੰਦੇ ਐਸਾ ਨਾਮ ਰਤਨ ਨਿਰਮੋਲਕ, ਨਾਮ ਤੇ ਬੜਾ ਭਾਰੀ ਨਿਰਮੋਲਕ ਹੈ, ਪਰ ਪੁੰਨ ਪਦਾਰਥ ਪਾਇਆ ਜੇ ਕਿਸੇ ਨੂੰ ਮਿਲਿਆ ਤੇ ਗੁਰਮੁਖੋ ਪਿਛਲੇ ਕੀਤੇ ਹੋਏ ਚੰਗੇ ਪੁੰਨਾ ਕਰਮਾਂ ਕਰਕੇ ਮਿਲਿਆ। ਤੇ ਜਿਹਨੂੰ ਮਿਲਿਆ ਤੇ ਜੇ ਉਹਨੇ ਕਮਾਈ ਕਰ ਲਈ ਤੇ ਉਹਦਾ ਭਲਾ ਹੋ ਜਾਂਦਾ ਹੈ। ਅਨੇਕ ਯਤਨ ਕਰ ਹਿਰਦੇ ਰਾਖਿਆ। ਭਗਤ ਜੀ ਕਹਿਣ ਲੱਗੇ ਵੀ ਇਸ ਨਾਮ ਰਤਨ ਨੂੰ ਬੜੇ ਯਤਨ ਕਰਕੇ ਨਾ ਛੁਪਾ ਕੇ ਰੱਖਿਆ ਵੀ ਕਿਸੇ ਨੂੰ ਪਤਾ ਨਾ ਲੱਗੇ। ਭਗਤ ਜਿਹੜੇ ਨੇ ਨਾ ਨਾਮ ਰਤਨ ਨੂੰ ਛੁਪਾ ਕੇ ਰੱਖਦੇ ਵੀ ਪਤਾ ਨਾ ਲੱਗੇ, ਸਾਡੀ ਦੁਨੀਆ ਵਿੱਚ ਮਸ਼ਹੂਰੀ ਨਾ ਹੋ ਜਾਵੇ ਵੀ ਇਹਦੇ ਕੋਲ ਕੋਈ ਨਾਮ ਦਾ ਕਿਨਕਾ ਹੈ। ਕਿਉਂਕਿ ਦਾਦੂ ਦੁਨੀਆ ਬਾਵਰੀ ਕਹੇ ਚਾਮ ਕੋ ਰਾਮ, ਪੂਛ ਮਰੋੜੇ ਬੈਲ ਕੀ ਕੱਢੇ ਆਪਣਾ ਕਾਮ। ਕਿਸੇ ਵਿਦਵਾਨ ਨੇ ਲਿਖਿਆ ਵੀ ਜੇ ਲੋਕੀ ਬਲਦ ਨੂੰ ਪੱਠੇ ਪਾਉਂਦੇ ਨਾ, ਘਾਹ ਪਾਉਂਦੇ, ਤੇ ਉਹਦੇ ਵਿੱਚ ਵੀ ਮਤਲਬ ਹੈ। ਮਤਲਬ ਇਹ ਹੈ ਵੀ ਜੇ ਰਾਤ ਨੂੰ ਘਾਹ ਦੀ ਪੰਡ ਪਾਈ ਹੈ ਤੇ ਸਵੇਰੇ ਉਸ ਬਲਦ ਨੂੰ ਹਲਾਂ 'ਤੇ ਜੋਣਾ ਹੈ। ਸਵੇਰੇ ਉਸ ਨੂੰ ਗੱਡੇ ਦੇ ਉੱਪਰ ਜੋ ਕੇ ਉਹਦੀ ਪੂਛ ਨੂੰ ਵੱਟ ਦੇਣਗੇ ਵੀ ਚੱਲ ਹੁਣ ਛੇਤੀ ਕਰ ਸਾਡਾ ਕੰਮ ਕਰ। ਦੁਨੀਆ 'ਤੇ ਲੋਕ ਜੇ ਪਸ਼ੂ ਨੂੰ ਚਾਰਾ ਪਾਉਂਦੇ ਤੇ ਉਹਦੇ ਵਿੱਚ ਵੀ ਮਤਲਬ ਕੱਢਦੇ, ਪ੍ਰਯੋਜਨ ਹੈ। ਤੇ ਜੇ ਕੋਈ ਬੰਦੇ ਦੀ ਮਦਦ ਕਰੇ, ਕੋਈ ਖਾਣ ਪੀਣ ਨੂੰ ਦੇਵੇ, ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਬਿਨਾਂ ਪ੍ਰਯੋਜਨ ਤੋਂ ਦੇ ਰਿਹਾ, ਉਹਦੇ ਵਿੱਚ ਵੀ ਮਤਲਬ ਹੈ। ਦਾਦੂ ਦੁਨੀਆ ਬਾਵਰੀ ਕਹਿ ਚਾਮ ਕੋ ਰਾਮ, ਚਮੜੇ ਦੇ ਸਰੀਰ ਨੂੰ ਰਾਮ ਰਾਮ ਕਹਿ ਕੇ ਬੜਾ ਸਤਿਕਾਰ ਦੇਣਗੇ, ਤੂੰ ਬੜਾ ਚੰਗਾ, ਤੇਰੇ 'ਤੇ ਬੜੀ ਕਿਰਪਾ, ਤੂੰ ਬੜਾ ਪਰਉਪਕਾਰੀ ਹੈ। ਤੇ ਪੂਛ ਮਰੋੜੇ ਬੈਲ ਕੀ ਕੱਢੇ ਆਪਣਾ ਕੰਮ, ਆਪਣੇ ਕੰਮ ਵਾਸਤੇ ਤੇ ਬਲਦਾਂ ਦੀਆਂ ਪੂਛਾਂ ਮਰੋੜ ਦਿੰਦੇ ਵੀ ਚੱਲ ਹੁਣ ਸਾਡਾ ਕੰਮ ਕਰ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਭਗਤ ਨੇ ਨਾ, ਉਹ ਨਾਮ ਜਪ ਕੇ ਫਿਰ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਵੀ ਜੇ ਦੁਨੀਆ ਨੂੰ ਪਤਾ ਲੱਗ ਗਿਆ ਨਾ, ਕਿਸੇ ਨੇ ਪ੍ਰਸ਼ਾਦੇ ਦਾ ਥਾਲ ਚੱਕੀ ਲਿਆਉਣਾ ਵੀ ਲਓ ਜੀ ਭਗਤ ਜੀ ਸਾਡਾ ਪ੍ਰਸ਼ਾਦਾ ਛਕੋ, ਤੇ ਛਕਣ ਤੋਂ ਬਾਅਦ ਵਿੱਚ ਕਹਿਣਗੇ ਵੀ ਮੇਰੀ ਉਹਨਾਂ ਅਰਦਾਸ ਕਰ ਦਿਓ। ਕਿਸੇ ਨੇ ਸੋਹਣਾ ਕੱਪੜਾ ਲੈ ਆਉਣਾ, ਕਿਸੇ ਨੇ ਮਾਇਆ ਲੈ ਆਉਣੀ ਹੈ ਵੀ ਲਓ ਸਾਡੇ ਕੋਲੋਂ ਆ ਵਸਤੂ ਲੈ ਲਓ ਤੇ ਸਾਡੇ ਭਲੇ ਦਾ ਬਚਨ ਕਰ ਦਿਓ।
ਇਸ ਕਰਕੇ ਅਸੀਂ ਦੁਨੀਆ ਵਿੱਚ ਪ੍ਰਗਟ ਨਹੀਂ ਹੋਣਾ ਚਾਹੁੰਦੇ। ਉਸ ਨਾਮ ਰਤਨ ਨੂੰ ਹਿਰਦੇ ਵਿੱਚ ਛੁਪਾ ਕੇ ਰੱਖਦੇ ਹਾਂ ਵੀ ਨਾਮ ਰਤਨ ਛੁਪਿਆ ਰਵੇ, ਪਤਾ ਨਾ ਲੱਗੇ ਵੀ ਮੇਰੇ ਕੋਲ ਨਾਮ ਦੀ ਕਿੰਨੀ ਕੁ ਵੱਡੀ ਭਾਰੀ ਬਰਕਤ ਹੈ। ਰਤਨ ਨਾ ਛਪੇ ਛੁਪਾਇਆ। ਗੁਰਮੁਖੋ ਨਾਮ ਰੂਪੀ ਰਤਨ ਹੈ ਹੀ ਇਹੋ ਜਿਹਾ ਵੀ ਇਹ ਛੁਪਾਇਆ ਛੁਪਦਾ ਹੀ ਨਹੀਂ ਹੈ। ਨਾਮ ਰਤਨ ਨੂੰ ਜਿੰਨਾ ਮਰਜ਼ੀ ਛੁਪਾਇਆ ਜਾਵੇ ਵੀ ਕਿਸੇ ਨੂੰ ਪਤਾ ਨਾ ਲੱਗੇ, ਪਰ ਨਾਮ ਹੈ ਹੀ ਇਹੋ ਜਿਹਾ ਆਪਣੇ ਆਪ ਨਾਮੀ ਪ੍ਰਗਟ ਹੋ ਜਾਂਦਾ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਮਹਾਰਾਜ ਦਾ ਬਚਨ ਹੈ, ਗੁਰਮੁਖ ਨਾਮ ਜਪਣ ਵਾਲੇ ਜਿੰਨੇ ਮਰਜ਼ੀ ਛੁਪ ਜਾਣ। ਭਾਈ ਗੁਰਦਾਸ ਜੀ ਲਿਖਣ ਲੱਗੇ, ਕਹਿਣ ਲੱਗੇ, ਜਾਏ ਮਿਲਨ ਗੁੜ ਕੀੜੀਆਂ, ਰੱਖੇ ਰੱਖਣ ਹਾਰ ਲੁਕਾਏ। ਬਾਣੀਆਂ ਜਿਹੜਾ ਨਾ ਗੁੜ ਨੂੰ ਬੜਾ ਲੁਕੋ ਕੇ ਰੱਖਦਾ, ਛੁਪਾ ਕੇ ਰੱਖਦਾ ਵੀ ਕੀੜੀਆਂ ਨੂੰ ਨਾ ਪਤਾ ਲੱਗੇ ਵੀ ਗੁੜ ਕਿੱਥੇ ਪਿਆ। ਕੀੜੀਆਂ ਫਿਰ ਵੀ ਗੁੜ ਨੂੰ ਲੱਭ ਹੀ ਲੈਂਦੀਆਂ ਵੀ ਕਿੱਥੇ ਪਿਆ ਹੋਇਆ। ਕਹਿਣ ਲੱਗੇ ਇਸੇ ਤਰ੍ਹਾਂ ਗੁਰਮੁਖ ਭਗਤ ਜਿਹੜੇ ਨੇ ਆਪਣੇ ਆਪ ਨੂੰ ਬੜਾ ਛੁਪਾ ਕੇ ਰੱਖਦੇ, ਪਰ ਗੁਰਮੁਖੋ ਗੱਲ ਇਹ ਹੈ ਵੀ ਨਾਮ ਰੂਪੀ ਰਤਨ ਕਦੇ ਛੁਪਦਾ ਨਹੀਂ। ਨਾਮ ਜਪਣ ਵਾਲਾ ਪ੍ਰਗਟ ਹੀ ਦੁਨੀਆ ਤੇ ਰਹਿੰਦਾ ਹੈ। ਹਰ ਗੁਣ ਕਹਤੇ ਕਹਿ ਨਾ ਜਾਈ। ਪਰਮਾਤਮਾ ਤੇਰੇ ਗੁਣ ਬੜੇ ਵੱਡੇ ਨੇ, ਮੈਂ ਕਹਿੰਦਾ ਤੇ ਬਹੁਤ ਹਾਂ, ਪਰ ਕਹਿੰਦਿਆਂ ਕਹਿੰਦਿਆਂ ਤੇਰੇ ਗੁਣਾਂ ਨੂੰ ਕਿਹਾ ਨਹੀਂ ਜਾ ਸਕਦਾ, ਅੰਤ ਨਹੀਂ ਪਾਇਆ ਜਾ ਸਕਦਾ। ਹਰ ਗੁਣ ਕਹਤੇ, ਪਰਮਾਤਮਾ ਦੇ ਗੁਣਾਂ ਨੂੰ ਕਹਤੇ ਕਹਿੰਦਿਆਂ ਹੋਇਆਂ ਕਹਿਣ ਨਾ ਜਾਈ, ਫਿਰ ਵੀ ਨਹੀਂ ਕਿਹਾ ਜਾ ਸਕਦਾ। ਇੰਨੇ ਭਾਰੀ ਆਪ ਜੀ ਦੇ ਅਮੋਲਕ ਗੁਣ ਹਨ। ਜੈਸੇ ਗੂੰਗੇ ਕੀ ਮਠਿਆਈ। ਇੱਕ ਉਦਾਹਰਨ ਦਿੰਦੇ ਭਗਤ ਭੀਖਣ ਜੀ, ਕਹਿਣ ਲੱਗੇ ਵੀ ਗੂੰਗਾ ਬੰਦਾ ਮਠਿਆਈ ਖਾ ਜ਼ਰੂਰ ਸਕਦਾ, ਮਠਿਆਈ ਖਾ ਕੇ, ਪਰ ਉਹ ਦੱਸ ਨਹੀਂ ਸਕਦਾ ਵੀ ਇਹ ਕਿੰਨੀ ਮਿੱਠੀ ਹੈ। ਕਾਰਨ ਇਹ ਹੈ ਵੀ ਉਹਦੇ ਕੋਲ ਜ਼ੁਬਾਨ ਨਹੀਂ ਹੈ ਬੋਲਣ ਵਾਸਤੇ। ਖਾ ਤੇ ਲਈ ਹੈ ਪਰ ਉਹਦਾ ਗੁਣ ਵਰਣਨ ਨਹੀਂ ਕਰ ਸਕਦਾ। ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਜਪਣ ਵਾਲੇ ਤੇ ਕਈ ਨੇ, ਜਪਦੇ ਵੀ ਕਈ ਪਏ ਨੇ, ਪਰ ਉਹਦੇ ਨਾਮ ਦਾ ਵਰਣਨ ਕੋਈ ਨਹੀਂ ਕਰ ਸਕਦਾ ਵੀ ਨਾਮ ਹੈ ਕਿੱਡਾ ਵੱਡਾ, ਬਰਕਤਾਂ ਕੀ ਨੇ ਦੱਸ ਕੋਈ ਨਹੀਂ ਸਕਦਾ। ਜੈਸੇ ਗੂੰਗੇ ਕੀ ਮਠਿਆਈ, ਗੂੰਗਾ ਬੰਦਾ ਮਠਿਆਈ ਖਾ ਕੇ ਮਠਿਆਈ ਦੇ ਗੁਣ ਵਰਣਨ ਨਹੀਂ ਕਰ ਸਕਦਾ। ਪਰਮਾਤਮਾ ਇਸੇ ਤਰ੍ਹਾਂ ਤੇਰੇ ਨਾਮ ਜਪਣ ਵਾਲੇ ਜਿਹੜੇ ਗੁਰਮੁਖ ਨੇ ਉਹ ਵੀ ਤੇਰੇ ਨਾਮ ਦੀ ਮਹਿਮਾ ਵਰਣਨ ਕਰਕੇ ਦੱਸ ਹੀ ਨਹੀਂ ਸਕਦੇ ਵੀ ਤੇਰੇ ਨਾਮ ਦੀ ਮਹਿਮਾ ਕਿੰਨੀ ਵੱਡੀ ਹੈ। ਐਸਾ ਤੇਰਾ ਵੱਡਾ ਨਾਮ ਹੈ। ਹਰ ਗੁਣ ਕਹਤੇ ਕਹਿਣ ਨਾ ਜਾਈ, ਗੁਣ ਕਹਿੰਦਿਆਂ ਕਹਿੰਦਿਆਂ ਤੇਰੇ ਨਾ ਗੁਣਾਂ ਦਾ ਕੋਈ ਵਰਣਨ ਕਰ ਸਕਦਾ, ਨਾ ਤੇਰੀ ਕੋਈ ਬੇਅੰਤ ਤਾਈ ਨੂੰ ਦੱਸ ਸਕਦਾ ਹੈ। ਇਹ ਤੇ ਗੂੰਗੇ ਦੀ ਮਠਿਆਈ ਖਾਣ ਵਾਲੀ ਗੱਲ ਹੈ। ਰਹਾਉ ਰਸਨਾ ਰਮਤ ਸੁਣਤ ਸੁਖ ਸਰਵਣਾ, ਚਿੱਤ ਚੇਤੇ ਸੁਖ ਹੋਈ। ਭਗਤ ਭੀਖਣ ਜੀ ਕਹਿਣ ਲੱਗੇ, ਰਸਨਾ ਰਮਤ, ਤੂੰ ਵੀ ਇਸ ਜ਼ੁਬਾਨ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਉਚਾਰਿਆ ਕਰ। ਇਹ ਜ਼ੁਬਾਨ ਮਿਲੀ ਹੈ ਨਾ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਜ਼ੁਬਾਨ ਦਿੱਤੀ ਹੈ ਮਿੱਠਾ ਬਚਨ ਬੋਲਣ ਵਾਸਤੇ। ਤੇ ਸਭ ਤੋਂ ਮਿੱਠਾ ਬਚਨ ਕੀ ਹੈ? ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਨਾਮ ਹੀ ਸਭ ਤੋਂ ਮਿੱਠਾ ਹੈ। ਰਸਨਾ ਰਮਤ, ਜ਼ੁਬਾਨ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਉਚਾਰਿਆ ਕਰ ਤੇ ਬਖਸ਼ਦੇ ਹਨ। ਸੁਨਤ ਸੁਖ ਸਰਵਣਾ, ਤੇ ਪਾਤਸ਼ਾਹ ਕਹਿਣ ਲੱਗੇ ਕੰਨਾਂ ਦੇ ਨਾਲ ਉਹਦੇ ਨਾਮ ਨੂੰ ਸੁਣਿਆ ਕਰ, ਤੈਨੂੰ ਸੁਖ ਮਿਲੇਗਾ। ਅਸੀਂ ਆਖਦੇ ਨਾ ਮੈਂ ਬੜਾ ਦੁਖੀ ਹਾਂ, ਮੈਨੂੰ ਬੜਾ ਫਿਕਰ ਹੈ, ਮੈਨੂੰ ਤੇ ਚੈਨ ਨਹੀਂ ਪੈਂਦਾ, ਨੀਂਦ ਨਹੀਂ ਆਉਂਦੀ ਹੈ, ਮੈਨੂੰ ਪਰਿਵਾਰ ਦਾ ਦੁੱਖ ਹੈ, ਮੈਨੂੰ ਇਹ ਦੁੱਖ ਹੈ। ਮਹਾਰਾਜ ਕਹਿਣ ਲੱਗੇ ਸਾਰੇ ਦੁੱਖ ਤੇਰੇ ਭੱਜ ਜਾਣਗੇ। ਸੁਨਤ ਸੁਖ ਸਰਵਣਾ, ਕੰਨਾਂ ਦੇ ਨਾਲ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਸੁਣੇਗਾ ਐਸੋ ਜਿਹਾ ਸੁਖ ਮਿਲੇਗਾ, ਸਾਰੇ ਦੁੱਖ ਪਰੇ ਚਲੇ ਜਾਣਗੇ। ਪਰ ਮਿਲੇਗਾ ਉਦੋਂ ਜਦੋਂ ਕੰਨਾਂ ਦੇ ਨਾਲ ਉਹਦੇ ਨਾਮ ਨੂੰ ਸੁਣੇਗਾ। ਐਸਾ ਉਹਦਾ ਵੱਡਾ ਨਾਮ ਹੈ। ਚਿੱਤ ਚੇਤੇ ਸੁਖ ਹੋਈ, ਚਿੱਤ ਦੇ ਵਿੱਚ ਉਹਨੂੰ ਚੇਤੇ ਕਰਿਆ ਕਰ। ਚਿੱਤ ਵਿੱਚ ਸਾਨੂੰ ਸਾਰਾ ਕੁਝ ਹੀ ਚੇਤੇ ਹੈ, ਖਾਣਾ ਪੀਣਾ ਹੱਸਣਾ ਸੌਣਾ ਇਹ ਚੇਤੇ ਹੈ, ਬਿਲਕੁਲ ਚੇਤੇ ਹੈ, ਭੁੱਲਿਆ ਕੋਈ ਨਹੀਂ। ਚੇਤੇ ਤੇ ਪ੍ਰਮਾਤਮਾ ਚੇਤੇ ਨਹੀਂ ਹੈ। ਉਹ ਦੱਸਣਾ ਪੈਂਦਾ ਵੀ ਭਾਈ ਉਹ ਨਾਮ ਜਪ ਲਈਏ, ਨਾਮ ਜਪ ਲਈਏ। ਪਰ ਜਿਨ੍ਹਾਂ ਨੇ ਚਿੱਤ ਵਿੱਚ ਚੇਤੇ ਕੀਤਾ ਹੈ ਉਹਨਾਂ ਨੂੰ ਸੁਖ ਮਿਲਿਆ। ਭਗਤ ਭੀਖਣ ਜੀ ਕਹਿ ਰਹੇ ਨੇ ਰਸਨਾ ਰਮਤ, ਅਸੀਂ ਜ਼ੁਬਾਨ ਦੇ ਨਾਲ ਉਹਦੇ ਨਾਮ ਨੂੰ ਜਪਦੇ ਹਾਂ। ਸੁਣਤ ਸੁਖ ਸਰਵਣਾ,
ਕੰਨਾਂ ਨਾਲ ਉਹਦੇ ਨਾਮ ਨੂੰ ਸੁਣਦੇ ਸਾਨੂੰ ਸੁੱਖ ਮਿਲਦਾ ਹੈ। ਚਿੱਤ ਚੇਤੇ ਸੁੱਖ ਹੋਈ, ਚਿੱਤ ਵਿੱਚ ਚੇਤੇ ਕੀਤਾ ਤੇ ਸਾਨੂੰ ਸੁੱਖ ਮਿਲਿਆ ਹੈ। ਇਸੇ ਤਰ੍ਹਾਂ ਉਹ ਕਹਿਣ ਲੱਗੇ, ਭਾਈ ਭਗਤੋ ਗੁਰਮੁਖੋ, ਜੇ ਤੁਸੀਂ ਵੀ ਉਸ ਪ੍ਰਮਾਤਮਾ ਦੇ ਨਾਮ ਨੂੰ ਰਸਨਾ ਦੇ ਨਾਲ ਜਪੋਗੇ ਤੁਹਾਨੂੰ ਵੀ ਸੁੱਖ ਮਿਲੇਗਾ। ਜੇ ਤੁਸੀਂ ਉਹਦੇ ਨਾਮ ਨੂੰ ਕੰਨਾਂ ਦੇ ਨਾਲ ਸੁਣੋਗੇ ਤੁਹਾਨੂੰ ਸੁੱਖ ਮਿਲੇਗਾ, ਤੇ ਜੇ ਆਪਣੇ ਚਿੱਤ ਵਿੱਚ ਉਹਨੂੰ ਚੇਤੇ ਕਰੋਗੇ ਤਾਂ ਤੁਹਾਨੂੰ ਵੀ ਸੁੱਖ ਮਿਲੇਗਾ। ਜਿਵੇਂ ਭਗਤਾਂ ਨੂੰ ਸੁੱਖ ਮਿਲਿਆ, ਉਹ ਸੁੱਖ ਤੁਹਾਨੂੰ ਵੀ ਪ੍ਰਾਪਤ ਹੋਵੇਗਾ। ਐਸੇ ਬਖਸ਼ਿਸ਼ ਵਾਲੇ ਬਚਨ ਕਰਦੇ ਹਨ। ਕਹੋ ਭੀਖਨ ਦੋਇ ਨੈਣ ਸੰਤੋਖੇ, ਜੈ ਦੇਖਾਂ ਤਹ ਸੋਈ। ਭਗਤ ਭੀਖਣ ਜੀ ਕਹਿਣ ਲੱਗੇ, ਕਹਿੰਦੇ ਪ੍ਰਮਾਤਮਾ ਮੈਂ ਜਿੱਥੇ ਵੀ ਵੇਖਦਾ ਤੁਸੀਂ ਉੱਥੇ ਹੀ ਨਿਗਾਹ ਆਉਂਦੇ ਹੋ, ਤੇ ਤੁਹਾਨੂੰ ਸਾਰਿਆਂ ਥਾਵਾਂ 'ਤੇ ਦੇਖ ਕੇ ਮੇਰੇ ਨੈਣਾਂ ਨੂੰ, ਮੇਰੇ ਨੇਤਰਾਂ ਨੂੰ ਸੰਤੋਖ ਪ੍ਰਾਪਤ ਹੋ ਗਿਆ। ਇਹਦਾ ਭਾਵ ਇਹ ਹੈ ਵੀ ਭਗਤਾਂ ਨੇ ਉਹਨੂੰ ਵੇਖਿਆ ਹੈ। ਜਿਵੇਂ ਭਗਤ ਰਵਿਦਾਸ ਜੀ ਕਹਿਣ ਲੱਗੇ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਲੰਮਾ ਸਮਾਂ ਹੋ ਗਿਆ, ਪਰ ਇਹਦਾ ਭਾਵ ਇਹ ਹੈ ਵੀ ਕਰ ਲਏ ਨੇ। ਇੱਥੇ ਭਗਤ ਭੀਖਣ ਜੀ ਵੀ ਕਹਿ ਰਹੇ ਨੇ, ਕਹਿਣ ਲੱਗੇ ਕਹੋ ਭੀਖਣ ਦੋਏ ਨੈਣ ਸੰਤੋਖੇ, ਮੇਰੇ ਤੇ ਇਹਨਾਂ ਨੇਤਰਾਂ ਨੂੰ ਸੰਤੋਖ ਆ ਗਿਆ। ਕਦੋਂ ਆ ਗਿਆ? ਜੈ ਦੇਖਾਂ ਤੈ ਸੋਈ, ਮੈਂ ਜਿੱਥੇ ਵੀ ਵੇਖਦਾ ਤੁਸੀਂ ਉੱਥੇ ਹੀ ਬਿਰਾਜਮਾਨ ਮੈਨੂੰ ਦਿਖਾਈ ਦਿੰਦੇ ਹੋ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਭਗਤਾਂ ਦੀ ਬਾਣੀ ਦਰਜ ਹੋਈ ਹੈ ਜਿਨ੍ਹਾਂ ਭਗਤਾਂ ਨੇ ਪਰਮਾਤਮਾ ਨੂੰ ਜਗ੍ਹਾ ਜਗ੍ਹਾ 'ਤੇ ਵੇਖਿਆ ਹੈ। ਨਾਮਦੇਵ ਜੀਆਂ ਦਾ ਆਪਾਂ ਸ਼ਬਦ ਪੜ੍ਹਿਆ, ਉਹਦੇ ਵਿੱਚ ਇਹ ਬਚਨ ਆਇਆ। ਭਗਤ ਰਵਿਦਾਸ ਜੀਆਂ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਨੇ ਵੀ ਇਹ ਬਚਨ ਲਿਖੇ ਨੇ। ਤੇ ਭਗਤ ਭੀਖਣ ਜੀਆਂ ਦੀ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਵੀ ਬਚਨ ਆ ਗਿਆ ਵੀ ਜਿੱਥੇ ਵੇਖਦੇ ਹਾਂ ਪਰਮਾਤਮਾ ਉੱਥੇ ਹੈ। ਤੇ ਬਾਣੀ ਵੀ ਦਰਜ ਉਹਨਾਂ ਦੀ ਹੋਈ ਹੈ ਜਿਨ੍ਹਾਂ ਨੇ ਉਹਨੂੰ ਜਰੇ ਜਰੇ ਵਿੱਚ ਵੇਖਿਆ ਹੈ। ਐਸੇ ਉਹ ਬਖਸ਼ੇ ਹੋਏ ਭਗਤ ਗੁਰੂ ਦੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈ। ਸਤਿਗੁਰੂ ਰਹਿਮਤ ਕਰਨ ਉਪਦੇਸ਼ ਹਿਰਦੇ ਵਸੇ, ਸਾਡਾ ਭਲਾ ਹੋਏ। ਭਗਤ ਭੀਖਣ ਜੀਆਂ ਦੇ ਇਹ ਦੋ ਸ਼ਬਦ ਸਨ। ਇਹ ਕੱਲ੍ਹ ਦੇ ਦੀਵਾਨ ਦੇ ਵਿੱਚ, ਇੱਕ ਆਪਾਂ ਅੱਜ ਦੇ ਦੀਵਾਨ ਵਿੱਚ ਸਰਵਣ ਕੀਤੇ ਉਹਨਾਂ ਦੇ ਸ਼ਬਦਾਂ ਦੀ ਵਿਚਾਰ। ਨਾਲ ਹੀ ਇੱਥੇ ਜੋ ਸੋਠ ਰਾਗ ਹੈ ਇਹ ਸੰਪੂਰਨ ਹੋਇਆ ਹੈ। ਕੱਲ੍ਹ ਨੂੰ ਧਨਾਸਰੀ ਰਾਗ ਦੀ ਪ੍ਰਰੰਭਤਾ ਜਿਹੜੀ ਹੈ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਸ਼ਬਦਾਂ ਤੋਂ ਹੋਵੇਗੀ। ਕੱਲ੍ਹ ਨੂੰ ਧਨਾਸਰੀ ਰਾਗ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਰਸਨਾ ਰਮਤ ਸੁਨਤ ਸੁਖ ਸਰਵਣਾ, ਚਿਤ ਚੇਤੇ ਸੁਖ ਹੋਈ। ਕਹੋ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ।